ਟੈਸਲਾ ਦਾ ਜਨਮ 10 ਜੁਲਾਈ 1856 ਨੂੰ ਪ੍ਰੈਜ਼ੈਂਟ ਡੇ ਕਰੋਸ਼ੀਆ ਵਿੱਚ ਹੋਇਆ। ਕਹਿੰਦੇ ਹਨ ਕਿ ਬਚਪਨ ਤੋਂ ਹੀ ਟੈਸਲਾ ਦੀ ਮੈਮਰੀ ਬਹੁਤ ਜ਼ਿਆਦਾ ਤੇਜ਼ ਸੀ। ਅਗਰ ਉਹ ਕਿਸੇ ਚੀਜ਼ ਨੂੰ ਇੱਕ ਵਾਰ ਦੇਖ ਲੈਂਦਾ ਸੀ ਤਾਂ ਉਹ ਕਦੇ ਨਹੀਂ ਭੁੱਲਦਾ ਸੀ। ਇਹ ਗੁਣ ਉਸ ਨੂੰ ਆਪਣੀ ਮਾਂ ਤੋਂ ਮਿਲਿਆ। ਉਸ ਦੀ ਮਾਂ ਨੂੰ ਮੂੰਹ ਜ਼ੁਬਾਨੀ ਸਾਰਾ ਸਾਈਬੇਰੀਅਨ ਲਿਟਰੇਚਰ ਯਾਦ ਸੀ। ਟੈਸਲਾ ਬੜੇ ਆਰਾਮ ਨਾਲ 8 ਜ਼ੁਬਾਨਾਂ ਬੋਲ ਅਤੇ ਪੜ੍ਹ ਲਿਖ ਲੈਂਦਾ ਸੀ। ਜਦੋਂ ਉਹ ਸਿਰਫ 5 ਸਾਲ ਦਾ ਸੀ ਤਾਂ ਉਸ ਦੇ ਭਰਾ ਦੀ ਘੋੜਿਆਂ ਦੀ ਰੇਸ ਦੌਰਾਨ ਮੌਤ ਹੋ ਗਈ, ਜਿਹਦੇ ਨਾਲ ਉਸ ਦੀ ਜ਼ਿੰਦਗੀ ਉੱਪਰ ਕਾਫੀ ਮਾੜਾ ਅਸਰ ਪਿਆ। ਇਸੇ ਦੇ ਚੱਲਦੇ ਹੀ ਬਾਅਦ ਵਿੱਚ ਉਸ ਨੂੰ ਜੂਆ ਖੇਡਣ ਦੀ ਆਦਤ ਪੈ ਗਈ, ਜਿਸ ਦੇ ਕਾਰਨ ਉਸ ਨੂੰ ਯੂਨੀਵਰਸਿਟੀ ਵੀ ਛੱਡਣੀ ਪਈ। ਪਰ ਉਸ ਦੇ ਯੂਨੀਵਰਸਿਟੀ ਦੇ ਦਿਨਾਂ ਦੌਰਾਨ ਉਹ ਆਪਣੇ ਫਿਜ਼ਿਕਸ ਦੇ ਪ੍ਰੋਫੈਸਰ ਤੋਂ ਬਹੁਤ ਪ੍ਰਭਾਵਿਤ ਹੋਇਆ, ਜਦੋਂ ਉਸ ਦੇ ਪ੍ਰੋਫੈਸਰ ਨੇ ਇਲੈਕਟ੍ਰਿਸਿਟੀ ਬਾਰੇ ਪੜ੍ਹਾਉਣਾ ਸ਼ੁਰੂ ਕੀਤਾ। ਯੂਨੀਵਰਸਿਟੀ ਛੱਡਣ ਤੋਂ ਬਾਅਦ 1882 ਵਿੱਚ ਟੈਸਲਾ ਨੇ ਪੈਰਿਸ ਵਿੱਚ ਥਾਮਸ ਐਡੀਸਨ ਦੀ ਇਲੈਕਟ੍ਰਿਸਿਟੀ ਇੰਡਸਟਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਜਿੱਥੇ ਉਹ ਘਰਾਂ ਅਤੇ ਪਬਲਿਕ ਬਿਲਡਿੰਗਾਂ ਅੰਦਰ ਲਾਈਟਾਂ ਫਿੱਟ ਕਰਨ ਦਾ ਕੰਮ ਕਰਦਾ ਸੀ। ਹੌਲੀ-ਹੌਲੀ ਜਦੋਂ ਟੈਸਲਾ ਦਾ ਹੁਨਰ ਸਾਹਮਣੇ ਆਇਆ ਤਾਂ ਉਹਦੇ ਮੈਨੇਜਰ ਨੇ ਉਹਨੂੰ ਮੋਟਰ ਤੇ ਡਾਇਨਮੋਸ ਬਣਾਉਣ ਤੇ ਉਹਨਾਂ ਨੂੰ ਸੁਧਾਰਨ ਦਾ ਕੰਮ ਸੰਭਾਲ ਦਿੱਤਾ ਤੇ ਬਾਅਦ ਵਿੱਚ ਟੈਸਲਾ ਨੂੰ ਪੂਰੇ ਯੂਰਪ ਵਿੱਚ ਥਾਮਸ ਐਡੀਸਨ ਦੀਆਂ ਹੋਰ ਬ੍ਰਾਂਚਾਂ ਵਿੱਚ ਮਸ਼ੀਨਾਂ ਇੰਸਟਾਲ ਕਰਨ ਅਤੇ ਉਹਨਾਂ ਨੂੰ ਠੀਕ ਕਰਨ ਲਈ ਭੇਜਣ ਲੱਗੀ। 1884 ਵਿੱਚ ਜਦੋਂ ਟੈਸਲਾ 28 ਸਾਲ ਦਾ ਸੀ, ਉਦੋਂ ਉਸ ਨੂੰ ਨਿਊਯਾਰਕ ਤੋਂ ਐਡੀਸਨ ਦੀ ਮੇਨ ਬ੍ਰਾਂਚ ਵਿੱਚ ਕੰਮ ਕਰਨ ਲਈ ਜੌਬ ਦਾ ਆਫਰ ਆਇਆ ਤੇ ਥੋੜ੍ਹੇ ਟਾਈਮ ਬਾਅਦ ਹੀ ਉਹ ਯੂਰਪ ਛੱਡ ਅਮਰੀਕਾ ਮੂਵ ਹੋ ਗਿਆ, ਜਿੱਥੇ ਉਸਨੇ ਆਪਣੀ ਬਾਕੀ ਦੀ ਜ਼ਿੰਦਗੀ ਬਤੀਤ ਕੀਤੀ। ਥੋੜ੍ਹਾ ਟਾਈਮ ਉਸ ਬ੍ਰਾਂਚ ਵਿੱਚ ਕੰਮ ਕਰਨ ਤੋਂ ਬਾਅਦ ਉਸ ਦੀ ਮੁਲਾਕਾਤ ਐਡੀਸਨ ਨਾਲ ਹੋਈ। ਉਸ ਤੋਂ ਬਾਅਦ ਉਸਨੇ ਐਡੀਸਨ ਨਾਲ ਉਸ ਦਾ ਅਸਿਸਟੈਂਟ ਬਣ ਕੇ ਕੰਮ ਕਰਨਾ ਸ਼ੁਰੂ ਕੀਤਾ। ਟੈਸਲਾ ਐਡੀਸਨ ਨੂੰ ਇੱਕ ਪ੍ਰਭਾਵਸ਼ਾਲੀ ਆਦਮੀ ਮੰਨਦਾ ਸੀ ਤੇ ਐਡੀਸਨ ਨੇ ਵੀ ਟੈਸਲਾ ਬਾਰੇ ਕਿਹਾ ਕਿ ਮੇਰੇ ਪਹਿਲਾਂ ਵੀ ਬਹੁਤ ਅਸਿਸਟੈਂਟ ਰਹਿ ਚੁੱਕੇ ਹਨ, ਪਰ ਉਹਨਾਂ ਵਿੱਚੋਂ ਟੈਸਲਾ ਸਭ ਤੋਂ ਵੱਧ ਹੋਣਹਾਰ ਸੀ। ਪਰ ਟੈਸਲਾ ਤੇ ਥਾਮਸ ਐਡੀਸਨ ਦਾ ਇਹ ਰਿਸ਼ਤਾ ਜ਼ਿਆਦਾ ਦੇਰ ਨਾ ਚੱਲਿਆ ਤੇ ਰਹਿੰਦੀ ਉਮਰ ਤੱਕ ਉਹ ਇੱਕ ਦੂਜੇ ਦੇ ਦੁਸ਼ਮਣ ਬਣ ਕੇ ਰਹੇ, ਜਿਸ ਦਾ ਮੇਨ ਰੀਜ਼ਨ ਸੀ ਐਡੀਸਨ ਦੀ ਕੰਪਨੀ ਕੋਲ ਡੀਸੀ ਕਰੰਟ ਯਾਨੀ ਕਿ ਡਾਇਰੈਕਟ ਕਰੰਟ ਦਾ ਪੇਟੈਂਟ ਸੀ। ਡੀਸੀ ਕਰੰਟ ਅਜਿਹਾ ਸਿਸਟਮ ਸੀ ਜਿਹਦੇ ਵਿੱਚ ਇਲੈਕਟ੍ਰਿਕ ਚਾਰਜ ਇੱਕ ਦਿਸ਼ਾ ਵੱਲ ਹੀ ਫਲੋ ਕਰਦਾ ਸੀ, ਪਰ ਟੈਸਲਾ ਏਸੀ ਕਰੰਟ ਨੂੰ ਲੈ ਕੇ ਕੰਮ ਕਰਨਾ ਚਾਹੁੰਦਾ ਸੀ। ਅਲਟਰਨੇਟਿੰਗ ਕਰੰਟ ਇੱਕ ਅਜਿਹਾ ਸਿਸਟਮ ਸੀ ਜਿਹਦੇ ਵਿੱਚ ਇਲੈਕਟ੍ਰਿਕ ਚਾਰਜ ਸਮੇਂ-ਸਮੇਂ ਨਾਲ ਆਪਣੀ ਦਿਸ਼ਾ ਬਦਲਦਾ ਰਹਿੰਦਾ ਸੀ, ਜਿਹਦੇ ਕਾਰਨ ਏਸੀ ਕਰੰਟ ਲੰਬੀ ਦੂਰੀ ਤੱਕ ਪਾਵਰ ਨੂੰ ਮੇਨਟੇਨ ਕਰ ਸਕਦਾ ਸੀ ਤੇ ਟਰਾਂਸਫਾਰਮਰਸ ਦਾ ਇਸਤੇਮਾਲ ਕਰਕੇ ਏਸੀ ਵੋਲਟੇਜ ਨੂੰ ਚੇਂਜ ਕੀਤਾ ਜਾ ਸਕਦਾ ਸੀ, ਜਿਹੜਾ ਕਿ ਕਰੰਟ ਨੂੰ ਹਾਈ ਵੋਲਟੇਜ ਤੇ ਟਰੈਵਲ ਕਰਨ ਵਿੱਚ ਮਦਦ ਕਰਦਾ ਸੀ ਤੇ ਬਾਅਦ ਵਿੱਚ ਫਿਰ ਉਸ ਨੂੰ ਲੋ ਵੋਲਟੇਜ ਵਿੱਚ ਬਦਲ ਦਿੰਦਾ ਸੀ ਤਾਂ ਕਿ ਇਸ ਨੂੰ ਸੇਫਲੀ ਘਰਾਂ ਵਿੱਚ ਯੂਜ਼ ਕੀਤਾ ਜਾ ਸਕੇ। ਟੈਸਲਾ ਨੇ ਐਡੀਸਨ ਨੂੰ ਏਸੀ ਕਰੰਟ ਦੇ ਫਾਇਦੇ ਦੱਸਣੇ ਚਾਹੇ, ਪਰ ਐਡੀਸਨ ਨੇ ਉਸ ਦੀ ਇੱਕ ਨਾ ਮੰਨੀ, ਕਿਉਂਕਿ ਐਡੀਸਨ ਦੇ ਬਣਾਏ ਜਿੰਨੇ ਵੀ ਡਿਵਾਈਸ ਉਸ ਵੇਲੇ ਮਾਰਕੀਟ ਵਿੱਚ ਸਨ ਉਹ ਸਾਰੇ ਡੀਸੀ ਤੇ ਕੰਮ ਕਰਦੇ ਸੀ, ਜਿਨ੍ਹਾਂ ਦੇ ਪੇਟੈਂਟ ਐਡੀਸਨ ਦੇ ਨਾਮ ਸਨ ਤੇ ਏਸੀ ਕਰੰਟ ਨੂੰ ਯੂਜ਼ ਕਰਨ ਦਾ ਮਤਲਬ ਸੀ ਐਡੀਸਨ ਦੀ ਕੰਪਨੀ ਨੂੰ ਸੇਲਸ ਵਿੱਚ ਬਹੁਤ ਵੱਡਾ ਘਾਟਾ। ਐਡੀਸਨ ਤੇ ਟੈਸਲਾ ਦੀ ਲੜਾਈ ਦਾ ਇੱਕ ਹੋਰ ਵੀ ਕਾਰਨ ਸੀ। ਇੱਕ ਵਾਰ ਐਡੀਸਨ ਨੇ ਟੈਸਲਾ ਨੂੰ ਕਿਹਾ ਕਿ ਉਹ ਉਸ ਦੀਆਂ 24 ਆਬਸਲੀਟ ਮਸ਼ੀਨਾਂ ਨੂੰ ਰੀਡਿਜ਼ਾਈਨ ਕਰੇ। ਜੇ ਉਹ ਇਸ ਵਿੱਚ ਕਾਮਯਾਬ ਹੁੰਦਾ ਹੈ ਤਾਂ ਉਹ ਟੈਸਲਾ ਨੂੰ $50,000 ਬੋਨਸ ਵਜੋਂ ਦੇਵੇਗਾ। ਜਦੋਂ ਟੈਸਲਾ ਨੇ ਉਸ ਦੀਆਂ 24 ਮਸ਼ੀਨਾਂ ਨੂੰ ਰੀਡਿਜ਼ਾਈਨ ਕਰ ਦਿੱਤਾ ਤਾਂ ਐਡੀਸਨ ਪੈਸੇ ਦੇਣ ਤੋਂ ਮੁੱਕਰ ਗਿਆ। ਉਸ ਦਾ ਕਹਿਣਾ ਸੀ ਕਿ ਉਹ ਸਿਰਫ ਮਜ਼ਾਕ ਕਰ ਰਿਹਾ ਸੀ। ਟੈਸਲਾ ਨੇ ਇਸ ਤੋਂ ਬਾਅਦ ਐਡੀਸਨ ਕੰਪਨੀ ਨੂੰ ਛੱਡ ਦਿੱਤਾ, ਜਿਸ ਤੋਂ ਬਾਅਦ ਉਸਨੇ ਆਪਣੇ ਆਪ ਹੀ ਕੰਮ ਕਰਨਾ ਸ਼ੁਰੂ ਕੀਤਾ। ਅਗਲਾ 1 ਸਾਲ ਉਸਨੇ ਆਪਣੀ ਕੰਪਨੀ ਨੂੰ ਸੈਟਅਪ ਕਰਨ ਤੇ ਲਗਾ ਦਿੱਤਾ ਤੇ ਏਸੀ ਕਰੰਟ ਤੇ ਨਵੇਂ ਆਈਡੀਆਜ਼ ਨੂੰ ਡਿਵੈਲਪ ਕਰਨ ਲੱਗਿਆ। ਪਰ ਜਿੰਨੇ ਵੀ ਲੋਕਾਂ ਨੇ ਉਸ ਦੀ ਇਸ ਕੰਪਨੀ ਵਿੱਚ ਪੈਸੇ ਇਨਵੈਸਟ ਕੀਤੇ ਸਨ, ਉਹਨਾਂ ਨੇ ਉਹ ਪੈਸੇ ਵਾਪਸ ਲੈ ਲਏ, ਕਿਉਂਕਿ ਉਸ ਵੇਲੇ ਐਡੀਸਨ ਪੂਰੀ ਇੰਡਸਟਰੀ ਨੂੰ ਕੰਟਰੋਲ ਕਰਦਾ ਸੀ ਤੇ ਕੋਈ ਵੀ ਐਡੀਸਨ ਨਾਲ ਦੁਸ਼ਮਣੀ ਨਹੀਂ ਲੈਣੀ ਚਾਹੁੰਦਾ ਸੀ, ਜਿਸ ਦੇ ਨਤੀਜੇ ਵਜੋਂ ਟੈਸਲਾ ਨੂੰ ਆਪਣਾ ਗੁਜ਼ਾਰਾ ਕਰਨ ਲਈ ਸੜਕ ਦੇ ਅੰਡਰਗਰਾਉਂਡ ਤਾਰਾਂ ਪਾਉਣ ਲਈ ਟੋਏ ਪੱਟਣ ਦਾ ਕੰਮ ਕਰਨਾ ਪਿਆ। ਪਰ ਨਾਲ ਦੀ ਨਾਲ ਉਹ ਏਸੀ ਕਰੰਟ ਉੱਤੇ ਚੱਲਣ ਵਾਲੀ ਮੋਟਰ ਤੇ ਵੀ ਕੰਮ ਕਰਦਾ ਰਿਹਾ, ਜੋ ਕਿ ਇੱਕ ਇਨਵੈਸਟਰ ਨੂੰ ਬਹੁਤ ਪਸੰਦ ਆਈ। ਜਿਸ ਤੋਂ ਬਾਅਦ ਉਸਨੇ ਟੈਸਲਾ ਇਲੈਕਟ੍ਰਿਕ ਕੰਪਨੀ ਨੂੰ 1887 ਵਿੱਚ ਸੈਟਅਪ ਕਰਨ ਲਈ ਪੈਸੇ ਦੀ ਮਦਦ ਕੀਤੀ। ਉਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਟੈਸਲਾ ਨੇ ਏਸੀ ਕਰੰਟ ਨਾਲ ਚੱਲਣ ਵਾਲੀ ਮੋਟਰ ਤਿਆਰ ਕਰ ਲਈ, ਜਿਹੜੀ ਕਿ ਬਹੁਤ ਹੀ ਸਸਤੀ, ਘੱਟ ਮੇਨਟੇਨੈਂਸ ਵਾਲੀ ਅਤੇ ਡੀਸੀ ਕਰੰਟ ਨਾਲ ਚੱਲਣ ਵਾਲੀਆਂ ਮੋਟਰਾਂ ਤੋਂ ਕਈ ਗੁਣਾ ਜ਼ਿਆਦਾ ਬਿਹਤਰ ਸੀ। ਅਗਲੇ ਹੀ ਸਾਲ ਉਸਨੇ ਇਹ ਮੋਟਰ ਸਭ ਤੋਂ ਪਹਿਲਾਂ ਅਮਰੀਕਨ ਇੰਸਟੀਚਿਊਟ ਆਫ ਇਲੈਕਟ੍ਰੀਕਲ ਇੰਜੀਨੀਅਰਿੰਗ ਸਾਹਮਣੇ ਪੇਸ਼ ਕੀਤੀ, ਜਿੱਥੇ ਇਹ ਇਨਵੈਂਸ਼ਨ ਇੱਕ ਬਿਜ਼ਨਸਮੈਨ ਜਾਰਜ ਵੈਸਟਿੰਗਹਾਊਸ ਦੀਆਂ ਨਜ਼ਰਾਂ ਵਿੱਚ ਆ ਗਈ। ਵੈਸਟਿੰਗਹਾਊਸ ਇਲੈਕਟ੍ਰਿਕ ਮਾਰਕੀਟ ਵਿੱਚ ਐਡੀਸਨ ਤੋਂ ਬਾਅਦ ਇੱਕ ਤਕੜਾ ਵਪਾਰੀ ਸੀ। ਵੈਸਟਿੰਗਹਾਊਸ ਨੇ ਟੈਸਲਾ ਨਾਲ ਕੰਮ ਕਰਨਾ ਚਾਹਿਆ, ਕਿਉਂਕਿ ਉਸ ਨੂੰ ਪਤਾ ਸੀ ਕਿ ਟੈਸਲਾ ਦੀ ਮਦਦ ਤੋਂ ਬਿਨਾਂ ਉਹ ਐਡੀਸਨ ਨੂੰ ਇਲੈਕਟ੍ਰਿਕ ਮਾਰਕੀਟ ਵਿੱਚ ਹਰਾ ਨਹੀਂ ਸਕੇਗਾ। ਵੈਸਟਿੰਗਹਾਊਸ ਨੇ ਉਹ ਮੋਟਰ ਦੇ ਰਾਈਟਸ ਖਰੀਦ ਲਏ ਤੇ ਨਾਲ ਹੀ ਟੈਸਲਾ ਨੂੰ $55,000 ਮਹੀਨੇ ਤਨਖਾਹ ਉੱਤੇ ਰੱਖ ਲਿਆ
ਅਤੇ ਟੈਸਲਾ ਨੂੰ ਉਸਦੀ ਬਣਾਈ ਹੋਈ ਮੋਟਰ ਤੋਂ ਪੈਦਾ ਹੋਣ ਵਾਲੀ ਹਰੇਕ ਹਾਰਸ ਪਾਵਰ ਤੇ ਰਾਇਲਟੀ ਵੀ ਦੇਣ ਦਾ ਐਲਾਨ ਕੀਤਾ। ਟੈਸਲਾ ਤੇ ਐਡੀਸਨ ਦੀ ਇਸ ਲੜਾਈ ਨੂੰ ਕਰੰਟ ਵਾਰ ਨਾਲ ਜਾਣਿਆ ਜਾਂਦਾ ਹੈ। ਐਡੀਸਨ ਨੂੰ ਵੀ ਇਹ ਪਤਾ ਸੀ ਕਿ AC ਕਰੰਟ DC ਨਾਲੋਂ ਜ਼ਿਆਦਾ ਵਧੀਆ ਹੈ, ਪਰ ਉਹ ਫਿਰ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਸੀ। ਐਡੀਸਨ ਨੇ ਅਜਿਹੀਆਂ ਬਹੁਤ ਚਾਲਾਂ ਚੱਲੀਆਂ ਜਿਹਦੇ ਨਾਲ ਲੋਕਾਂ ਦੇ ਮਨਾਂ ਵਿੱਚ ਇਹ ਡਰ ਬੈਠ ਜਾਵੇ ਕਿ AC ਕਰੰਟ ਉਹਨਾਂ ਲਈ ਖਤਰਨਾਕ ਹੈ। ਜਿਵੇਂ ਐਡੀਸਨ ਸਕੂਲ ਦੇ ਜਵਾਕਾਂ ਨੂੰ 25 ਸੈਂਟ ਦਿੰਦਾ ਸੀ ਜੋ ਐਡੀਸਨ ਵਾਸਤੇ ਕੋਈ ਪਸ਼ੂ ਜਾਂ ਜਾਨਵਰ ਫੜ ਕੇ ਲੈ ਕੇ ਆਉਂਦੇ ਸੀ, ਤੇ ਬਾਅਦ ਵਿੱਚ ਉਹ ਲੋਕਾਂ ਸਾਹਮਣੇ ਸਟੇਜ ਲਾ ਕੇ ਉਹਨਾਂ ਜਾਨਵਰਾਂ ਨੂੰ AC ਕਰੰਟ ਨਾਲ ਮਾਰ ਦਿੰਦਾ ਸੀ। ਇਹ ਸਿਲਸਿਲਾ ਕਾਫੀ ਸਾਲ ਚੱਲਦਾ ਰਿਹਾ, ਪਰ ਐਡੀਸਨ ਫਿਰ ਵੀ ਨਾ ਰੁਕਿਆ। ਐਡੀਸਨ ਫਿਲਮ ਕੰਪਨੀ ਨੇ ਇੱਕ ਸ਼ਾਰਟ ਫਿਲਮ ਬਣਾਈ ਜਿਸ ਦਾ ਨਾਮ ਸੀ ਇਲੈਕਟ੍ਰੀਕਿਊਸ਼ਨ ਆਫ ਐਲੀਫੈਂਟ, ਜਿਹਦੇ ਵਿੱਚ ਉਹਨਾਂ ਨੇ ਇੱਕ ਸਰਕਸ ਵਾਲੇ ਹਾਥੀ ਟੌਪਸੀ ਨੂੰ 6600 ਵੋਲਟ AC ਕਰੰਟ ਦੇ ਕੇ ਮਾਰ ਦਿੱਤਾ। ਪਰ ਉਧਰ ਵੈਸਟਿੰਗਹਾਊਸ ਅਤੇ ਟੈਸਲਾ AC ਕਰੰਟ ਨੂੰ ਲੈ ਕੇ ਆਪਣੀ ਮਿਹਨਤ ਜਾਰੀ ਰੱਖਦੇ ਰਹੇ। ਉਹਨਾਂ ਸਾਹਮਣੇ ਇੱਕ ਉਹ ਸੁਨਹਿਰੀ ਮੌਕਾ ਆਇਆ ਜਿਹਦੇ ਨਾਲ ਉਹ ਦੁਨੀਆ ਨੂੰ ਦਿਖਾ ਸਕਦੇ ਸਨ ਕਿ AC ਕਰੰਟ ਵੱਡੇ ਪੈਮਾਨੇ ਤੇ ਸੇਫ ਤੇ ਬਿਹਤਰ ਹੈ। ਜਦੋਂ ਉਹਨਾਂ ਨੇ 1893 ਵਿੱਚ ਵਰਲਡ ਕੋਲੰਬੀਅਨ ਐਕਸਪੋਜੀਸ਼ਨ ਸ਼ਿਕਾਗੋ ਵਿਖੇ ਐਡੀਸਨ ਦੇ DC ਕਰੰਟ ਨੂੰ ਹਰਾ ਕੇ AC ਕਰੰਟ ਨਾਲ ਪੂਰੇ ਮੇਲੇ ਨੂੰ ਲਾਈਟਾਂ ਨਾਲ ਰੋਸ਼ਨਾਉਣ ਦਾ ਕੰਟਰੈਕਟ ਹਾਸਿਲ ਕਰ ਲਿਆ। ਇਹ ਕੰਮ ਔਖਾ ਤਾਂ ਸੀ, ਪਰ ਵੈਸਟਿੰਗਹਾਊਸ ਤੇ ਟੈਸਲਾ ਨੇ ਕਰ ਦਿਖਾਇਆ, ਜਿਸ ਤੋਂ ਬਾਅਦ ਉਹਨਾਂ ਨੂੰ AC ਕਰੰਟ ਨਾਲ ਇੰਡਸਟਰੀ ਸੈਟਅਪ ਕਰਨ ਦੇ ਹੋਰ ਵੀ ਵੱਡੇ ਪ੍ਰੋਜੈਕਟ ਮਿਲੇ। ਉਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਪ੍ਰੋਜੈਕਟ ਸੀ ਨਾਇਗਰਾ ਫਾਲਸ ਤੇ ਹਾਈਡਰੋ ਇਲੈਕਟ੍ਰਿਕ ਪਲਾਂਟ ਨੂੰ ਲਗਾਉਣਾ। ਟੈਸਲਾ ਨੇ ਖੁਦ ਇਸ ਪਲਾਂਟ ਲਈ ਡਿਜ਼ਾਈਨ ਤਿਆਰ ਕੀਤੇ ਜੋ ਕਿ ਕਾਫੀ ਸਕਸੈਸਫੁਲ ਹੋਏ, ਜਿਸ ਦੇ ਨਤੀਜੇ ਵਜੋਂ ਉਹ ਅੱਧੀ ਨਿਊਯਾਰਕ ਸਿਟੀ ਨੂੰ AC ਕਰੰਟ ਨਾਲ ਰੋਸ਼ਨਾ ਸਕੇ। ਇਸ ਤੋਂ ਬਾਅਦ AC ਕਰੰਟ ਬਹੁਤ ਜ਼ਿਆਦਾ ਪਪੂਲਰ ਹੋ ਗਿਆ ਤੇ ਘਰਾਂ ਵਿੱਚ ਇਲੈਕਟ੍ਰਿਕ ਸਿਸਟਮ ਵਜੋਂ ਇਸ ਦੀ ਵਰਤੋਂ ਹੋਣ ਲੱਗੀ ਅਤੇ DC ਕਰੰਟ ਅਗਲੇ 10 ਸਾਲ ਵਿੱਚ ਲਗਭਗ ਖਤਮ ਹੋ ਗਿਆ। ਚਾਹੇ ਵੈਸਟਿੰਗਹਾਊਸ ਦੀ ਕੰਪਨੀ ਨੇ ਇਹ ਕਰੰਟ ਵਾਰ ਜਿੱਤ ਲਈ, ਪਰ ਉਸ ਦੇ ਸਿਰ ਉੱਪਰ $10 ਮਿਲੀਅਨ ਦਾ ਕਰਜ਼ਾ ਚੜ੍ਹ ਚੁੱਕਿਆ ਸੀ ਅਤੇ ਉਸ ਦੀ ਕੰਪਨੀ ਬੈਂਕਰਪਟ ਹੋਣ ਹੀ ਵਾਲੀ ਸੀ, ਕਿਉਂਕਿ ਉਸ ਦੀਆਂ ਹੋਰ ਬਹੁਤ ਸਾਰੀਆਂ ਇਨਵੈਸਟਮੈਂਟਸ ਡੁੱਬ ਚੁੱਕੀਆਂ ਸਨ। ਵੈਸਟਿੰਗਹਾਊਸ ਨੇ ਟੈਸਲਾ ਤੋਂ ਜਾ ਕੇ ਮਦਦ ਮੰਗੀ ਕਿ ਉਹ ਆਪਣੀਆਂ ਰਾਇਲਟੀਜ਼ ਨੂੰ ਕੁਝ ਸਮੇਂ ਲਈ ਘਟਾ ਦੇਵੇ ਤਾਂ ਕਿ ਵੈਸਟਿੰਗਹਾਊਸ ਦੀ ਕੰਪਨੀ ਡੁੱਬਣੋਂ ਬਚ ਜਾਵੇ। ਟੈਸਲਾ ਨੇ ਰਾਇਲਟੀਜ਼ ਘੱਟ ਕਰਨ ਦੀ ਜਗ੍ਹਾ ਤੇ ਆਪਣਾ ਕੰਟਰੈਕਟ ਹੀ ਪਾੜ ਦਿੱਤਾ, ਜਿਸ ਦੀ ਕੀਮਤ ਅੱਜ ਦੇ ਹਿਸਾਬ ਨਾਲ $300 ਮਿਲੀਅਨ ਬਣਦੀ ਹੈ। ਟੈਸਲਾ ਦੇ ਸਾਥੀ ਹਮੇਸ਼ਾ ਉਸ ਬਾਰੇ ਇਹ ਦੱਸਦੇ ਸਨ ਕਿ ਉਸ ਲਈ ਪੈਸਾ ਕਦੇ ਵੀ ਮਾਇਨੇ ਨਹੀਂ ਰੱਖਦਾ ਸੀ, ਉਸ ਦੀ ਦਿਲਚਸਪੀ ਹਮੇਸ਼ਾ ਵਿਗਿਆਨ ਵਿੱਚ ਸੀ। ਟੈਸਲਾ ਦੇ ਇਸ ਕਦਮ ਨੇ ਵੈਸਟਿੰਗਹਾਊਸ ਨੂੰ ਬਚਾ ਲਿਆ, ਜਿਸ ਤੋਂ ਬਾਅਦ ਵੈਸਟਿੰਗਹਾਊਸ ਨੇ ਟੈਸਲਾ ਦਾ AC ਪੈਟੈਂਟ 1897 ਵਿੱਚ $2,60,000 ਦਾ ਖਰੀਦ ਲਿਆ, ਜਿਸ ਦੀ ਅੱਜ ਕੀਮਤ $6 ਮਿਲੀਅਨ ਬਣਦੀ ਹੈ। ਇਹ ਪੈਸੇ ਨਾਲ ਟੈਸਲਾ ਨੇ ਨਿਊਯਾਰਕ ਵਿੱਚ ਆਪਣੀ ਨਵੀਂ ਲੈਬ ਖੋਲ੍ਹੀ, ਜਿੱਥੇ ਉਹ ਆਉਣ ਵਾਲੇ ਸਾਲਾਂ ਤੱਕ ਨਵੀਆਂ ਖੋਜਾਂ ਕਰਦਾ ਰਿਹਾ। ਟੈਸਲਾ ਹੁਣ ਇੱਕ ਇੰਟਰਨੈਸ਼ਨਲ ਨਾਮ ਬਣ ਚੁੱਕਿਆ ਸੀ ਤੇ ਦੁਨੀਆ ਦੇ ਹਰ ਦੇਸ਼ ਵਿੱਚੋਂ ਫੇਮਸ ਲੋਕ ਉਸ ਦੀ ਲੈਬੋਰੇਟਰੀ ਦੇਖਣ ਆਉਂਦੇ ਸਨ, ਜਿਨ੍ਹਾਂ ਵਿੱਚੋਂ ਮਾਰਕ ਟਵੇਨ ਇੱਕ ਸੀ। ਟੈਸਲਾ ਦੇ ਨਾਮ 300 ਦੇ ਲਗਭਗ ਪੇਟੈਂਟ ਰਜਿਸਟਰ ਸਨ। ਉਸਨੇ ਨਿਓਲਾਈਟ ਬਲੇਡਲੈਸ ਟਰਬਾਈਨ ਵਰਗੀਆਂ ਖੋਜਾਂ ਨੂੰ ਅੰਜਾਮ ਦਿੱਤਾ। ਕਿਹਾ ਜਾਂਦਾ ਹੈ ਕਿ ਐਕਸ-ਰੇ ਟੈਕਨੋਲੋਜੀ ਵਿੱਚ ਵੀ ਉਹ ਮੋਹਰੀ ਰਿਹਾ, ਪਰ ਪੇਟੈਂਟ ਰਜਿਸਟਰ ਨਾ ਕਰਵਾਇਆ ਸਕਿਆ। ਉਸ ਦੀ ਸਭ ਤੋਂ ਫੇਮਸ ਇਨਵੈਂਸ਼ਨ ਸੀ ਟੈਸਲਾ ਕੋਇਲ, ਜਿਹੜੀ ਕਿ ਇੱਕ ਅਜਿਹੀ ਇਨਵੈਂਸ਼ਨ ਸੀ ਜਿਹਦੇ ਨਾਲ ਬਹੁਤ ਵੱਡੀ ਮਾਤਰਾ ਵਿੱਚ ਹਾਈ ਵੋਲਟੇਜ ਬਿਜਲੀ ਪੈਦਾ ਕੀਤੀ ਜਾ ਸਕਦੀ ਸੀ। ਉਸ ਦੀ ਸਭ ਤੋਂ ਵੱਖਰੀ ਖੋਜ ਸੀ ਰਿਮੋਟ ਕੰਟਰੋਲ ਬੋਟ, ਜੋ ਕਿ ਉਸਨੇ ਮੈਡੀਸਨ ਸਕੁਅਰ ਗਾਰਡਨ ਵਿੱਚ ਦਿਖਾਈ ਸੀ। ਇਹ ਰਿਮੋਟ ਕੰਟਰੋਲ ਬੋਟ ਆਪਣੇ ਸਮੇਂ ਤੋਂ ਕਿਤੇ ਜ਼ਿਆਦਾ ਅੱਗੇ ਸੀ, ਕਿਉਂਕਿ ਉਸ ਵੇਲੇ ਲੋਕਾਂ ਨੇ ਵਾਇਰਲੈਸ ਟੈਕਨੋਲੋਜੀ ਬਾਰੇ ਸੋਚਿਆ ਵੀ ਨਹੀਂ ਸੀ। ਲੋਕ ਪਹਿਲੀ ਵਾਰ ਇਸ ਨੂੰ ਦੇਖ ਕੇ ਇਹ ਸੋਚ ਰਹੇ ਸਨ ਕਿ ਟੈਸਲਾ ਕੋਈ ਜਾਦੂ ਜਾਂ ਟੈਲੀਪੈਥੀ ਨਾਲ ਇਸ ਨੂੰ ਕੰਟਰੋਲ ਕਰ ਰਿਹਾ ਹੈ। ਇੰਨੀਆਂ ਖੂਬੀਆਂ ਦੇ ਬਾਅਦ ਵੀ ਟੈਸਲਾ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ ਕਿ ਉਹ ਚੰਗਾ ਵਪਾਰੀ ਨਾ ਬਣ ਸਕਿਆ। ਉਹ ਦੁਨੀਆ ਨੂੰ ਪੂਰੀ ਤਰ੍ਹਾਂ ਬਦਲਣ ਵਾਲੀਆਂ ਇਨਵੈਂਸ਼ਨਸ ਕਰ ਤਾਂ ਲੈਂਦਾ ਸੀ, ਪਰ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਸਫਲ ਰਿਹਾ। ਜਦੋਂ ਵੀ ਉਹ ਕਿਸੇ ਇੱਕ ਡਿਵਾਈਸ ਨੂੰ ਇਨਵੈਂਟ ਕਰ ਲੈਂਦਾ ਤਾਂ ਨਾਲ ਦੀ ਨਾਲ ਉਹ ਆਪਣਾ ਨਵਾਂ ਪ੍ਰੋਜੈਕਟ ਸ਼ੁਰੂ ਕਰ ਦਿੰਦਾ, ਬਲਕਿ ਇਸ ਦੇ ਕਿ ਉਸ ਤੋਂ ਪੈਸਾ ਕਮਾ ਸਕੇ। ਉਸ ਦੇ ਬਹੁਤ ਆਈਡੀਆ ਲਿਖੇ ਬਿਨਾਂ ਹੀ ਉਸ ਦੇ ਦਿਮਾਗ ਵਿੱਚ ਰਹੇ ਅਤੇ ਜਿਹੜੇ ਉਹ ਪੇਪਰ ਦੇ ਲਿਖ ਦਿੰਦਾ ਸੀ ਉਹਨਾਂ ਨੂੰ ਪੇਟੈਂਟ ਨਹੀਂ ਕਰਵਾਉਂਦਾ ਸੀ, ਜਿਸ ਦੇ ਕਾਰਨ ਉਸ ਨੂੰ ਕਾਫੀ ਵੱਡੇ ਨੁਕਸਾਨ ਝੱਲਣੇ ਪਏ। ਜਿਵੇਂ ਉਸਨੇ 1892 ਵਿੱਚ ਰੇਡੀਓ ਦੇ ਆਈਡੀਆ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਜਲਦੀ ਹੀ ਉਹ ਰੇਡੀਓ ਸਿਗਨਲ ਨੂੰ 50 ਮੀਲ ਦੂਰ ਟਰਾਂਸਮਿਟ ਕਰਨ ਵਾਲਾ ਸੀ, ਪਰ 1895 ਵਿੱਚ ਉਸ ਦੀ ਲੈਬ ਅੰਦਰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਉਸ ਦੀ ਰੇਡੀਓ ਦੀ ਖੋਜ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਇਨਵੈਂਸ਼ਨਸ ਤੇ ਆਈਡੀਆ ਜਲ ਕੇ ਸਵਾਹ ਹੋ ਗਏ। ਇਸ ਘਟਨਾ ਤੋਂ 2 ਸਾਲ ਬਾਅਦ ਫਿਰ ਉਸਨੇ ਅਮਰੀਕਾ ਵਿੱਚ ਇੱਕ ਟੈਂਪਰੇਰੀ ਆਈਡੀਆ ਰਜਿਸਟਰ ਕਰਵਾ ਲਿਆ ਕਿ ਮੇਰਾ ਰੇਡੀਓ ਇਸ ਟੈਕਨੋਲੋਜੀ ਨਾਲ ਕੰਮ ਕਰੇਗਾ। ਪਰ ਉਸੇ ਸਮੇਂ ਇੱਕ ਇਟਾਲੀਅਨ ਇਨਵੈਸਟਰ ਮਾਰਕੋਨੀ ਨੇ ਇੰਗਲੈਂਡ ਵਿੱਚ ਆਪਣੇ ਰੇਡੀਓ ਲਈ ਪੇਟੈਂਟ ਰਜਿਸਟਰ ਕਰਵਾ ਲਿਆ ਅਤੇ ਜਦੋਂ ਅਮਰੀਕਾ ਵਿੱਚ ਰਜਿਸਟਰ ਕਰਵਾਉਣ ਲੱਗਿਆ ਤਾਂ ਉਸ ਦੀ ਰਜਿਸਟ੍ਰੇਸ਼ਨ ਕੈਂਸਲ ਕਰ ਦਿੱਤੀ ਗਈ, ਕਿਉਂਕਿ ਉਸ ਦਾ ਆਈਡੀਆ ਟੈਸਲਾ ਦੇ ਆਈਡੀਆ ਨਾਲ ਮੇਲ ਖਾਂਦਾ ਸੀ। ਪਰ 1901 ਵਿੱਚ ਮਾਰਕੋਨੀ ਦੁਨੀਆ ਦਾ ਪਹਿਲਾ ਟ੍ਰਾਂਸਲੈਟਿਕ ਰੇਡੀਓ ਮੈਸੇਜ ਭੇਜਣ ਵਿੱਚ ਸਫਲ ਹੋਇਆ। ਇਸ ਕੰਮ ਨੂੰ ਪੂਰਾ ਕਰਨ ਵਿੱਚ ਉਸਨੇ ਟੈਸਲਾ ਦੀਆਂ 17 ਇਨਵੈਂਸ਼ਨਸ ਦੀ ਮਦਦ ਲਈ ਸੀ। ਇਸ ਤੋਂ ਬਾਅਦ ਐਡੀਸਨ ਨੇ ਮਾਰਕੋਨੀ ਦੀ ਰੇਡੀਓ ਨੂੰ ਅਮਰੀਕਾ ਵਿੱਚ ਪੇਟੈਂਟ ਹਾਸਲ ਕਰਨ ਵਿੱਚ ਮਦਦ ਕੀਤੀ।
ਪੇਟੈਂਟ ਆਫਿਸ ਨੇ ਆਪਣਾ ਫੈਸਲਾ ਬਦਲ ਕੇ ਟੈਸਲਾ ਦੀ ਜਗ੍ਹਾ ਤੇ ਮਾਰਕੋਨੀ ਦੇ ਹੱਕ ਵਿੱਚ ਕਰ ਦਿੱਤਾ। ਹੁਣ ਮਾਰਕੋਨੀ ਆਪਣਾ ਰੇਡੀਓ ਅਮਰੀਕਾ ਵਿੱਚ ਵੇਚ ਸਕਦਾ ਸੀ, ਜਿਹਦੇ ਵਿੱਚੋਂ ਐਡੀਸਨ ਨੂੰ ਰੇਡੀਓ ਸੇਲਸ ਦਾ ਕੁਝ % ਹਿੱਸਾ ਜਾਣਾ ਸੀ। ਉਦੋਂ ਦਾ ਟੈਸਲਾ ਨੇ ਇਸ ਮੁੱਦੇ ਨੂੰ ਗੰਭੀਰ ਨਹੀਂ ਲਿਆ, ਪਰ 1911 ਵਿੱਚ ਮਾਰਕੋਨੀ ਨੂੰ ਰੇਡੀਓ ਦੀ ਖੋਜ ਕਾਰਨ ਨੋਬਲ ਪ੍ਰਾਈਜ਼ ਮਿਲਣ ਤੋਂ ਬਾਅਦ ਟੈਸਲਾ ਨੇ ਮਾਰਕੋਨੀ ਤੇ ਕੇਸ ਦਰਜ ਕਰਵਾ ਦਿੱਤਾ। ਇਹ ਕੇਸ ਕਈ ਸਾਲ ਚੱਲਦਾ ਰਿਹਾ ਤੇ ਟੈਸਲਾ ਦੀ ਮੌਤ ਤੋਂ 8 ਮਹੀਨੇ ਬਾਅਦ ਟੈਸਲਾ ਦੇ ਹੱਕ ਵਿੱਚ ਭੁਗਤਾਇਆ ਗਿਆ। 20ਵੀਂ ਸਦੀ ਦੀ ਸ਼ੁਰੂਆਤ ਵਿੱਚ ਟੈਸਲਾ ਦੇ ਦਿਮਾਗ ਵਿੱਚ ਇੱਕ ਹੋਰ ਅਨੋਖਾ ਆਈਡੀਆ ਆਇਆ। ਇਹ ਆਈਡੀਆ ਉਸ ਸਮੇਂ ਤੋਂ ਲਗਭਗ 100 ਸਾਲ ਅੱਗੇ ਸੀ। ਟੈਸਲਾ ਇੱਕ ਵਰਲਡ ਵਾਇਰਲੈਸ ਸਿਸਟਮ ਬਣਾਉਣਾ ਚਾਹੁੰਦਾ ਸੀ, ਜਿਹਦੇ ਨਾਲ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ એનર્ਜੀ ਟ੍ਰਾਂਸਫਰ ਕੀਤੀ ਜਾ ਸਕਦੀ ਸੀ, ਤੇ ਟੈਸਲਾ ਨੂੰ 1901 ਵਿੱਚ ਇਸ ਪ੍ਰੋਜੈਕਟ ਤੇ ਕੰਮ ਕਰਨ ਲਈ ਕਾਫੀ ਲੋਕਾਂ ਤੋਂ ਫੰਡਿੰਗ ਵੀ ਮਿਲੀ ਤੇ ਛੇਤੀ ਹੀ ਉਸਨੇ ਲੌਂਗ ਆਈਲੈਂਡ ਨਿਊਯਾਰਕ ਵਿੱਚ ਇਸ ਇਨਵੈਂਸ਼ਨ ਨੂੰ ਸੈਟਅਪ ਕਰਨ ਲਈ ਇੱਕ ਜ਼ਮੀਨ ਖਰੀਦ ਲਈ, ਜਿੱਥੇ ਉਹ ਆਪਣਾ ਡਿਵਾਈਸ ਲਗਾਉਣਾ ਚਾਹੁੰਦਾ ਸੀ। ਅਗਲੇ 1 ਸਾਲ ਵਿੱਚ ਇੱਕ ਵੱਡਾ ਲੱਕੜ ਦਾ ਟਾਵਰ ਬਣਾ ਕੇ ਖੜਾ ਕੀਤਾ ਗਿਆ, ਜੋ ਕਿ 187 ਫੁੱਟ ਉੱਚਾ ਸੀ, ਜਿਸ ਦੇ ਉੱਪਰ 68 ਮੀਟਰ ਡਾਇਆਮੀਟਰ ਦਾ ਇੱਕ ਮੈਟਲ ਡੋਮ ਲੱਗਿਆ ਹੋਇਆ ਸੀ। ਉਸਨੇ ਇਸ ਜਗ੍ਹਾ ਨੂੰ ਵਾਰਡਨ ਕਲਿਫ ਟਾਵਰ ਦਾ ਨਾਮ ਦਿੱਤਾ। ਟੈਸਲਾ ਦਾ ਮੰਨਣਾ ਸੀ ਕਿ ਜਲਦੀ ਹੀ ਇਹ ਪ੍ਰੋਜੈਕਟ ਕਮਿਊਨੀਕੇਸ਼ਨ ਟੈਕਨੋਲੋਜੀ ਨੂੰ ਬਹੁਤ ਅੱਗੇ ਲੈ ਕੇ ਜਾਵੇਗਾ। ਉਸ ਦਾ ਕਹਿਣਾ ਸੀ ਕਿ ਲੋਕ ਇਸ ਦੀ ਮਦਦ ਨਾਲ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਿਸੇ ਨੂੰ ਵੀ ਫੋਨ ਕਰ ਸਕਣਗੇ, ਅਤੇ ਜੋ ਵੀ ਡਿਵਾਈਸ ਇਸ ਵਿੱਚ ਯੂਜ਼ ਹੋਣਗੇ ਉਹ ਇੱਕ ਹੱਥਕੜੀ ਤੋਂ ਵੀ ਛੋਟੇ ਹੋਣਗੇ, ਜਿਸ ਦੇ ਉੱਤੇ ਆਸਾਨੀ ਨਾਲ ਗੱਲ ਹੋ ਜਾਵੇਗੀ, ਚਾਹੇ ਇਨਸਾਨ ਧਰਤੀ ਤੇ ਹੋਵੇ ਜਾਂ ਸਮੁੰਦਰ ਵਿੱਚ। ਇਸ ਡਿਵਾਈਸ ਉੱਤੇ ਆਪਾਂ ਮਿਊਜ਼ਿਕ ਦਾ ਆਨੰਦ ਵੀ ਮਾਣ ਸਕਾਂਗੇ। ਇਸ ਟੈਕਨੋਲੋਜੀ ਨਾਲ ਹੀ ਲੋਕ ਇੱਕ ਦੂਜੇ ਨੂੰ ਫੋਟੋਜ਼, ਡਰਾਇੰਗ ਅਤੇ ਪੇਂਟਿੰਗਸ ਆਰਾਮ ਨਾਲ ਭੇਜ ਸਕਣਗੇ, ਅਤੇ ਇਹ ਡਿਵਾਈਸ ਇੱਕ ਟਾਵਰ ਨਾਲ ਮਿਲੀਅਨਸ ਦੀ ਗਿਣਤੀ ਵਿੱਚ ਜੁੜੇ ਹੋਣਗੇ। ਟੈਸਲਾ ਦਾ ਮੰਨਣਾ ਸੀ ਕਿ ਇਹ ਟਾਵਰ ਉੱਤੇ ਯੂਨੀਵਰਸਲ ਟਾਈਮ ਕੀਪਿੰਗ ਸਿਸਟਮ, ਮਿਊਜ਼ਿਕ ਡਿਸਟ੍ਰੀਬਿਊਸ਼ਨ ਸਿਸਟਮ ਤੇ ਕਿਸ਼ਤੀਆਂ ਲਈ GPS ਵਾਂਗੂ ਕੰਮ ਕਰਨ ਵਾਲਾ ਸਿਸਟਮ ਲੱਗਿਆ ਹੋਵੇਗਾ। ਪਰ ਟੈਸਲਾ ਦਾ ਇਹ ਪਲਾਨ ਸਫਲ ਨਾ ਹੋ ਸਕਿਆ, ਕਿਉਂਕਿ ਉਸ ਵੇਲੇ ਮਾਰਕੋਨੀ ਨੂੰ ਰੇਡੀਓ ਲਈ ਨੋਬਲ ਪ੍ਰਾਈਜ਼ ਮਿਲ ਚੁੱਕਿਆ ਸੀ, ਤੇ ਉਸ ਵੇਲੇ ਦੇ ਰੇਡੀਓ ਅਤੇ ਅਖਬਾਰ ਟੈਸਲਾ ਦੇ ਇਸ ਆਈਡੀਆ ਨੂੰ ਇੱਕ ਝੂਠ ਮੰਨਦੇ ਸਨ, ਜਿਸ ਦੇ ਕਾਰਨ ਜਿੰਨੇ ਵੀ ਇਨਵੈਸਟਰਾਂ ਨੇ ਟੈਸਲਾ ਦੀ ਇਸ ਟੈਕਨੋਲੋਜੀ ਵਿੱਚ ਪੈਸੇ ਲਗਾਏ ਸਨ, ਉਹਨਾਂ ਨੇ ਹੋਰ ਫੰਡਿੰਗ ਦੇਣ ਤੋਂ ਮਨਾ ਕਰ ਦਿੱਤਾ, ਤੇ 50 ਸਾਲ ਦਾ ਟੈਸਲਾ ਬਿਨਾਂ ਪੈਸਿਆਂ ਤੋਂ ਇਸ ਪ੍ਰੋਜੈਕਟ ਨੂੰ ਅੱਗੇ ਨਹੀਂ ਤੋਰ ਸਕਦਾ ਸੀ। ਤੇ ਅਗਲੇ 10 ਸਾਲ ਬਾਅਦ ਟੈਸਲਾ ਕਰਜ਼ੇ ਹੇਠਾਂ ਆ ਗਿਆ, ਜਿਸ ਕਾਰਨ ਉਸ ਨੂੰ ਵੁਡਨ ਕਲਿਫ ਟਾਵਰ ਵਾਲੀ ਜ਼ਮੀਨ ਵੇਚਣੀ ਪਈ, ਤੇ ਜ਼ਮੀਨ ਦੇ ਨਵੇਂ ਮਾਲਕ ਨੇ ਜਲਦੀ ਹੀ ਉਹ ਟਾਵਰ ਨੂੰ ਢਾਹ ਦਿੱਤਾ। ਟੈਸਲਾ ਹੁਣ ਬੈਂਕਰਪਟ ਹੋ ਚੁੱਕਿਆ ਸੀ ਅਤੇ ਉਸ ਦਾ ਦਿਮਾਗੀ ਸੰਤੁਲਨ ਵੀ ਠੀਕ ਨਹੀਂ ਸੀ। ਟੈਸਲਾ ਨੇ ਹੁਣ ਅਲੱਗ-ਅਲੱਗ ਹੋਟਲਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ, ਜਿੱਥੇ ਉਹ ਆਪਣਾ ਜ਼ਿਆਦਾ ਸਮਾਂ ਕਬੂਤਰਾਂ ਦੀ ਦੇਖਭਾਲ ਕਰਦੇ ਹੋਏ ਹੀ ਗੁਜ਼ਾਰਦਾ ਸੀ। ਜਦੋਂ ਉਹ 77 ਸਾਲ ਦਾ ਸੀ, ਉਹ ਨਿਊਯਾਰਕ ਹੋਟਲ ਵਿੱਚ ਰਹਿਣ ਲੱਗਿਆ, ਜਿੱਥੇ ਉਸਨੇ ਆਪਣੀ ਬਾਕੀ ਦੀ ਜ਼ਿੰਦਗੀ ਗੁਜ਼ਾਰੀ। ਵੈਸਟਿੰਗ ਹਾਊਸ ਨੂੰ ਜਦੋਂ ਟੈਸਲਾ ਦੇ ਹਾਲਾਤ ਬਾਰੇ ਪਤਾ ਲੱਗਿਆ, ਤਾਂ ਉਸਨੇ ਟੈਸਲਾ ਦੇ ਹੋਟਲ ਦਾ ਸਾਰਾ ਖਰਚਾ ਚੁੱਕਣਾ ਚਾਹਿਆ, ਕਿਉਂਕਿ ਉਹ ਟੈਸਲਾ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸੀ, ਜੋ ਵੀ ਟੈਸਲਾ ਨੇ ਪਹਿਲਾਂ ਵੈਸਟਿੰਗ ਹਾਊਸ ਲਈ ਕੀਤਾ। ਟੈਸਲਾ ਦੀ ਮੌਤ 7 ਜਨਵਰੀ 1943 ਨੂੰ 86 ਸਾਲ ਦੀ ਉਮਰ ਵਿੱਚ ਹੋਈ। ਅੱਜ ਪੂਰੀ ਦੁਨੀਆ ਵਿੱਚ ਸਾਇੰਸ ਨੂੰ ਪਿਆਰ ਕਰਨ ਵਾਲੇ ਟੈਸਲਾ ਦੀ ਮਹਾਨਤਾ ਨੂੰ ਮੰਨਦੇ ਹਨ, ਤੇ ਸੋਚ ਕੇ ਹੈਰਾਨ ਹੁੰਦੇ ਹਨ ਕਿ ਕਿਵੇਂ ਟੈਸਲਾ ਆਪਣੇ ਸਮੇਂ ਤੋਂ 100 ਸਾਲ ਅੱਗੇ ਦੀ ਸੋਚ ਰੱਖਦਾ ਸੀ। ਹਾਂਜੀ, ਇਹ ਸੀ ਅੱਜ ਦੀ ਵੀਡੀਓ। ਜੇ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ।